ਲੈ ਆ ਤੇਰਾ 버ਗਰ। ले ग्लास तू लेके आ। ਆ ਗਏ ਤੁਸੀਂ? ਹਾਂ ਤੇਰੇ ਲਈ ਕੁਝ ਲੈ ਕੇ ਆਇਆ, ਕੀ ਲੈ ਕੇ ਆਏ ਹੋ? ਤੂੰ ਆਪੇ ਦੇਖ ਲੈ। ਦੱਸੋ ਨਾ। ਪਰਸ? ਬੜਾ ਮਹਿੰਗਾ ਹੈ। ਕੀ ਲੋੜ ਸੀ ਇੰਨਾ ਮਹਿੰਗਾ ਲਿਆਉਣ ਦੀ? ਫੇਰ ਕੀ ਹੋਇਆ, ਮੇਰਾ ਦਿਲ ਕੀਤਾ ਮੈਂ ਲੈ ਆਇਆ। ओ पानी दें? ਦੇਖੋ ਜੀ, ਤੁਸੀਂ ਨਾ ਮੰਮੀ ਜੀ ਨੂੰ ਸਮਝਾ ਲਓ, ਐਵੇਂ ਛੋਟੀ ਛੋਟੀ ਗੱਲ ਨੂੰ ਨਾ ਵਧਾ ਚੜਾ ਕੇ ਨਾ ਬੋਲਿਆ ਕਰਨ। ਕੋਈ ਏਦਾਂ ਤੇ ਇੱਕ ਘਰ 'ਚ ਰਹਿਣਾ ਹੀ ਔਖਾ ਹੋ ਜਾਣਾ ਹੈ। ਓਹੋ ਹੋਇਆ ਕੀ ਹੈ, ਗੱਲ ਤਾਂ ਦੱਸ। ਉਹ ਹੋਣਾ ਕੀ ਸੀਗਾ, ਅੱਜ ਮੈਂ ਦੁਪਹਿਰੇ ਰੂਪ ਦੇ ਘਰ ਚਲੀ ਗਈ। ਉੱਥੇ ਮੈਨੂੰ ਥੋੜਾ ਜਿਹਾ ਟਾਈਮ ਵੱਧ ਲੱਗ ਗਿਆ। ਜਦੋਂ ਮੈਂ ਘਰ ਆਈ ਤੇ ਮੰਮੀ ਨੇ ਸਾਰਾ ਘਰ ਸਿਰ ਤੇ ਚੁੱਕਿਆ ਹੋਇਆ। ਅਖੇ ਮੇਰੀ ਦਵਾਈ ਲੇਟ ਹੋ ਗਈ, ਮੈਨੂੰ ਰੋਟੀ ਨਹੀਂ ਛੇਤੀ ਦਿੱਤੀ। ਹਲੇ ਕੀ ਆਉਂਦੇ ਸਾਰ ਸਭ ਤੋਂ ਪਹਿਲਾਂ ਮੈਂ ਮੰਮੀ ਜੀ ਨੂੰ ਰੋਟੀ ਬਣਾ ਕੇ ਦਿੱਤੀ। ਅੱਧਾ ਘੰਟਾ ਲੇਟ ਹੋਣ ਕਰਕੇ ਨਾ ਮੰਮੀ ਜੀ ਨੇ ਗਾਹ ਪਾਈ ਰੱਖਿਆ। ਮੈਨੂੰ ਨਹੀਂ ਚੰਗਾ ਲੱਗਦਾ ਏਦਾਂ ਦਾ। ਤੈਨੂੰ ਪਤਾ ਤਾਂ ਹੈ ਮਾਂ ਦੇ ਸੁਭਾਅ ਦਾ, ਤੇ ਜੇ ਥੋੜਾ ਬਹੁਤ ਕੁਝ ਕਹਿ ਵੀ ਦਿੱਤਾ ਤੇ ਤੂੰ ਦਿਲ ਤੇ ਨਾ ਲਾਇਆ ਕਰ। ਵੈਸੇ ਤੈਨੂੰ ਪਿਆਰ ਵੀ ਤਾਂ ਬਹੁਤ ਕਰਦੀ ਹੈ। ਹਾਂ ਕਰਦੇ ਪਿਆਰ ਇੱਥੇ ਬਹੁਤ। ਕੋਈ ਨਹੀਂ, ਮੈਂ ਗੱਲ ਕਰਦਾ ਮਾਂ ਨਾਲ। ਤੂੰ ਐਨੀ ਦੇਰ ਜਾ, ਇੱਕ ਗਲਾਸ ਦੁੱਧ ਦਾ ਲੈ ਆ। ਲਿਆਓ ਦੁੱਧ ਦਾ ਗਲਾਸ ਇੱਥੇ। ਹਾਂ ਠੀਕ ਹੈ। करतार पुत आ जा, बैठ जा। ਦਵਾਈ ਲੈ ਲਈ ਸੀ? हाँ पुत ले ली सी, पर शुगर वाला पत्ता खत्म हो गया, वो सवेरे लेंदा ही। ਹਾਂ ਮਾਂ, ਮੈਂ ਕੱਲ ਲੈਂਦਾ ਆਉਂ। ਪਰ ਮਾਂ, ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ। मैनू पता है तू की गल करनी है पुत। ਬਹੂਆਂ ਨੂੰ ਥੋੜਾ ਬਹੁਤਾ ਸਮਝਾਉਣਾ ਪੈਂਦਾ, ਨਹੀਂ ਤਾਂ ਸਿਰ ਤੇ ਚੜ ਜਾਂਦੀਆਂ ਨੇ। ਹਾਂ ਕਹਿਣਾ ਚਾਹੀਦਾ ਹੈ, ਇਹ ਤਾਂ ਤੁਹਾਡਾ ਹੱਕ ਬਣਦਾ ਹੈ। ਪਰ ਮਾਂ, ਗੱਲ ਉਹ ਕਹਿਣੀ ਚਾਹੀਦੀ ਹੈ ਜਿਹੜੀ ਸੱਚੀ ਹੋਵੇ। ਐਵੇਂ ਗੱਲ ਨੂੰ ਵਧਾਈਦਾ ਨਹੀਂ। ਗੱਲ ਤਾਂ ਉਹ ਵਧਾਉਂਦੀ ਹੈ, ਹੁਣ ਤਾਂ ਮੇਰੇ ਮੂਹਰੇ ਵੀ ਬੋਲਣ ਲੱਗ ਗਈ। ਹਾਂ ਅੱਛਾ, ਮੈਂ ਉਹਨੂੰ ਕਹੂੰਗਾ, ਸਮਝਾਵਾਂਗਾ ਮੈਂ ਉਹਨੂੰ। ਪਰ ਇੱਕ ਗੱਲ ਦੱਸਾਂ ਮਾਂ, ਉਹ ਉੱਪਰੋਂ ਹੀ ਬੋਲਦੀ ਹੈ, ਵਿੱਚੋਂ ਤਾਂ ਤੈਨੂੰ ਪਿਆਰ ਬਹੁਤ ਕਰਦੀ ਹੈ। ਕਰਦੀ ਹੈ ਮੈਨੂੰ ਪਿਆਰ। ਚੱਲ ਚੰਗਾ ਮਾਂ, ਮੈਂ ਜਾਣਾ ਤੇ ਤੂੰ ਵੀ ਸੋ ਜਾ। ਅੱਛਾ ਚੱਲ ਸੋ ਜਾ। ਦਵਾਈ ਲੈ ਆਈ ਮੇਰੀ ਯਾਦ ਹਾਂ ਨਾਲ। ਹਾਂ ਮੈਂ ਲੈ ਆਵਾਂਗਾ।
ਤੂੰ ਤਿਆਰ ਹੋ ਜਾ, ਕਾਲਜ ਨਹੀਂ ਜਾਣਾ। ਸਵੇਰੇ ਸਵੇਰੇ ਲੱਗ ਜਾਣੇ ਫੋਨ ਤੇ। ਉਹ ਹੁਣ ਨਾ ਨਾਲੇ ਲੈਕਚਰ ਜੇ ਨਾ ਆਪਣੇ ਸਟੂਡੈਂਟਸ ਨੂੰ ਦਿਆ ਕਰ ਜਿਨ੍ਹਾਂ ਨੂੰ ਪੜਾਉਣੀ ਹੈ, ਮੈਨੂੰ ਨਹੀਂ, ਸਮਝੀ? ਤੂੰ ਚੱਲ ਛੱਡ, ਪਾਪਾ ਨੂੰ ਹੀ ਦੱਸਦੀ ਆ ਕਿ ਮੈਨੂੰ ਐਵੇਂ ਬੋਲਦਾ ਹੈ। ਹਾਂ ਹਾਂ ਜਾ ਦੱਸ ਦੇ। ਹਾਂ ਦੱਸਣ ਲੱਗੀ ਆ। ਫੇਰ ਕੀ ਹੋਇਆ? ਤੇਰਾ ਛੋਟਾ ਭਰਾ ਹੀ ਤਾਂ ਹੈ। ਕੀ ਹੈ ਪਾਪਾ, ਤੁਸੀਂ ਉਹਨੂੰ ਕਦੇ ਕੁਝ ਕਹਿੰਦੇ ਕਿਉਂ ਨਹੀਂ? ਪਾਪਾ ਮੈਨੂੰ ਬੁਲਟ ਲੈ ਕੇ ਦਿਓ। ਕੀ ਕੀ ਕਿਹਾ? ਦੁਬਾਰਾ ਬੋਲੀ। ਮੈਨੂੰ ਬੁਲਟ ਲੈ ਕੇ ਦਿਓ ਯਾਰ, ਮੇਰੇ ਤੋਂ ਨਹੀਂ ਹੁਣ ਬੱਸਾਂ ਬੁੱਸਾਂ 'ਚ ਧੱਕੇ ਖਾਏ ਜਾਂਦੇ, ਨਾਲੇ ਬੇਇੱਜ਼ਤੀ ਹੁੰਦੀ ਹੈ। ਸਾਰੇ ਆਪਣੇ ਆਪਣੇ ਵਾਹੀਕਲ ਤੇ ਆਉਂਦੇ ਆ ਤੇ ਮੈਂ ਹਜੇ ਤੱਕ ਬੱਸਾਂ 'ਚ ਧੱਕੇ ਖਾਈ ਜਾਂਦਾ। ਪਤਾ ਵੀ ਹੈ ਕਿੰਨੇ ਦਾ ਉਹਦਾ ਬੁਲਟ? ਬੁਲਟ ਲੈਣਾ ਇਹਨੇ। ਉਹ ਤੂੰ ਚੁੱਪ ਰਹਿ। ਉਹ ਕਿੱਥੇ ਨੇ ਇੰਨੇ ਪੈਸੇ ਆਪਣੇ ਕੋਲ? ਮਸਾਂ ਦਾ ਤੇਰੀ ਐਡਮਿਸ਼ਨ ਕਰਾਈ ਐ ਇਸ ਯੂਨੀਵਰਸਿਟੀ ਵਿੱਚ। ਓ ਯਾਰ ਪਾਪਾ, ਅੱਜ ਕੱਲ ਸਭ ਕੁਝ ਤਾਂ ਕਿਸ਼ਤਾਂ ਤੇ ਮਿਲ ਜਾਂਦਾ, ਥੋੜੇ ਪੈਸੇ ਪਹਿਲਾਂ ਦੇ ਕੇ ਬਾਕੀ ਕਿਸ਼ਤਾਂ ਕਰ ਲਓ। ਓਏ ਉਹ ਕਿਸ਼ਤਾਂ ਭਰਨੀਆਂ ਵੀ ਹੁੰਦੀਆਂ ਤੇ ਕਿਵੇਂ ਭਰਨੀਆਂ ਇਹ ਸੋਚਿਆ ਤੂੰ? ਮੈਨੂੰ ਨਹੀਂ ਪਤਾ ਇਹ ਗੱਲਾਂ ਦਾ, ਮੈਨੂੰ ਤਾਂ ਬੁਲਟ ਲੈ ਕੇ ਦਿਓ, ਨਹੀਂ ਤਾਂ ਮੈਂ ਨਹੀਂ ਜਾਂਦਾ ਕਾਲਜ। ਦੱਸਾਂ ਤੈਨੂੰ, ਮੈਂ ਨਹੀਂ ਜਾਂਦਾ ਕਾਲਜ। ਆ ਜਿਹੜੀ ਇੰਨੀ ਫੀਸ ਭਰੀ ਆ, ਇਹ ਕਿਹੜੇ ਖੂਹ ਖਾਤੇ ਪਾਉਣੀ ਹੈ ਤੂੰ? ਬੇਵਕੂਫ ਜਿਹਾ ਨਾ ਹੋਵੇ ਤਾਂ। ਤੂੰ ਵੀ ਨਾ ਐਵੇਂ ਸਵੇਰੇ ਸਵੇਰੇ। ਨਾਲੇ ਗੱਲ ਸੁਣ ਕਾਕਾ, ਤੂੰ ਚੁੱਪ ਕਰਕੇ ਕਾਲਜ ਜਾ। ਤੈਨੂੰ ਪਤਾ ਤਾਂ ਹੈ ਤੇਰੀ ਭੈਣ ਜਸਲੀਨ ਦਾ ਵਿਆਹ ਰੱਖਿਆ ਹੋਇਆ ਹੈ। ਪਹਿਲਾਂ ਮੈਨੂੰ ਇਹ ਨਿਬੇੜ ਲੈਣ ਦੇ। ਮੈਂ ਤਾਂ ਬੁਲਟ ਲੈਣਾ ਹੈ। ਜਦ ਲੈਣਾ ਹੋਇਆ ਨਾ ਮੈਂ ਆਪੇ ਲੈ ਦੂੰ, ਕਰ ਲੂੰਗਾ ਮੈਂ ਪਤਾ। ਇਹਦਾ ਤੇ ਇਹੀ ਹਾਲ ਰਹਿਣਾ ਬੇਵਕੂਫ ਜਿਹੇ ਦਾ। ਚੰਗਾ ਮੰਮੀ, ਮੈਂ ਚੱਲਦੀ ਆ ਸਕੂਲ। ਗਹਿਣਾ ਗੱਟਾ ਤਾਂ ਹੋ ਗਿਆ, ਹੁਣ ਕਿਵੇਂ ਕਰਨਾ ਹੈ? ਸਿਲਾਈ ਕਰ ਲਓ ਕਿਸੇ ਨਾਲ। ਯਾਰ ਸਲਾਹ ਵਾਲੀ ਕਿਹੜੀ ਗੱਲ ਹੈ? ਕਰਨਾ ਤਾਂ ਆਪਾਂ ਸਭ ਕੁਝ ਪਹਿਲਾਂ ਵੀ ਸੀ। ਇਹ ਤਾਂ ਜੇ ਅਗਲਿਆਂ ਨੇ ਦਾਜ ਤੋਂ ਮਨਾ ਕਰ ਦਿੱਤਾ ਹੈ ਤਾਂ ਚੰਗੀ ਗੱਲ ਹੈ, ਪਰ ਆਪਾਂ ਤਾਂ ਸਭ ਕੁਝ ਫੇਰ ਵੀ ਕਰਾਂਗੇ, ਨਹੀਂ ਤਾਂ ਬਾਅਦ ਵਿੱਚ ਰਿਸ਼ਤੇਦਾਰ 100 ਗੱਲਾਂ ਕਰਦੇ ਨੇ। ਉਹ ਤਾਂ ਠੀਕ ਹੈ, ਪਰ ਕਰਾਂਗੇ ਕਿਵੇਂ? ਮੈਂ ਤਾਂ ਇਹੀ ਸੋਚੀ ਜਾਂਦੀ ਹਾਂ। ਤੂੰ ਜ਼ਿਆਦਾ ਨਾ ਸੋਚ, ਇੱਕ ਅਟੈਕ ਤਾਂ ਤੈਨੂੰ ਪਹਿਲਾਂ ਹੀ ਆ ਚੁੱਕਾ ਹੈ, ਇੰਨਾ ਕੁ ਤਾਂ ਦਿਲ ਹੈ ਤੇਰਾ। ਬਾਕੀ ਮੈਂ ਹਾਂ ਨਾ, ਆਪੇ ਸਭ ਕੁਝ ਕਰ ਲੂੰ। ਉਹ ਤਾਂ ਠੀਕ ਹੈ, ਪਰ ਸੋਚਣਾ ਤਾਂ ਪੈਂਦਾ ਨਾ। ਸੋਚੀ ਜਾ ਤੇ ਜਾਗਦੀ ਰਹਿ ਸਾਰੀ ਰਾਤ, ਮੈਨੂੰ ਸੌਣ ਦੇ। ਕਿੱਥੋਂ ਕਢਾ ਲੈਣਾ? ਉਹ ਗੱਡੀ ਤਾਂ ਨਵੀਂ ਭੇਜ ਯਾਰ ਤੇਰੀ, ਕਿੰਨੇ ਦੀ ਪੈ ਗਈ?
7 ਲੱਖ ਦੀ ਪੈ ਗਈ ਯਾਰ। ਵਧੀਆ ਫਿਰ ਤਾਂ ਗੱਡੀ ਤਾਂ ਨਵੀਂ ਪਈ ਹੈ ਤੇਰੀ। ਵੈਸੇ ਘੈਂਟ ਹੈ ਗੱਡੀ। ਮਾਡਲ ਕਿਹੜਾ ਹੈ? 2012 ਮਾਡਲ ਹੈ। 2012। ਕੀ ਬਾਤ ਹੈ ਯਾਰ। ਉਹ ਸਾਈਡ ਹੈਂਡ ਤਾਂ ਲੱਗਦੀ ਨਹੀਂ ਇਹ। ਉਹ ਹਾਂ ਯਾਰ, ਨਾਲੇ ਕੱਲ ਨੂੰ ਜਾਂ ਕਦੇ ਵੇਚਣੀ ਵੀ ਪੈ ਗਈ ਫੇਰ ਇੰਨੇ ਪੈਸੇ ਮਿਲ ਜਾਣੇ ਇਹਦੇ। ਬਾਬਾ ਜੀ ਪਾਰਟੀ ਦਿਓ। ਸਭ ਤੋਂ ਪਹਿਲਾਂ ਤੇਰੇ ਕੋਲੇ ਆਇਆ, ਚੱਲ ਫਿਰ ਚੱਲੀਏ। ਜਸਲੀਨ ਦੇ ਜਾਣ ਤੋਂ ਬਾਅਦ ਘਰ ਕਿੰਨਾ ਸੁੰਨਾ ਸੁੰਨਾ ਲੱਗਦਾ ਹੈ। ਕੁੜੀਆਂ ਹੀ ਘਰ ਦੀ ਰੌਣਕ ਹੁੰਦੀਆਂ ਨੇ ਮਾਂ, ਤੇ ਹੁਣ ਆਪਣੀ ਜਸਲੀਨ ਕਿਸੇ ਹੋਰ ਦੇ ਘਰ ਦੀ ਰੌਣਕ ਬਣ ਗਈ ਹੈ। ਨਾਲੇ ਤੁਸੀਂ ਨਾ ਜੋਬਨ ਨੂੰ ਸਮਝਾਓ, ਉਹ ਰੋਜ਼ ਘਰ ਲੇਟ ਆਉਂਦਾ ਏ। ਪਤਾ ਨਹੀਂ ਯਾਰਾਂ ਦੋਸਤਾਂ ਨਾਲ ਕਿੱਥੇ ਘੁੰਮਦਾ ਰਹਿੰਦਾ ਏ, ਜਦੋਂ ਕਿ ਉਹਨੂੰ 2 ਵਜੇ ਛੁੱਟੀ ਹੋ ਜਾਂਦੀ ਕਾਲਜ ਦੀ। ਲੈ ਆ ਹੀ ਗਿਆ। ਮੰਮੀ ਰੋਟੀ ਦਿਓ। ਓਏ ਇਹ ਕਿਹੜਾ ਟਾਈਮ ਹੈ ਰੋਟੀ ਦਾ? ਉਹ ਅੱਜ ਕੁਝ ਖਾਇਆ ਨਹੀਂ, ਐਕਸਟਰਾ ਕਲਾਸਿਸ ਸੀ ਨਾ। ਤੂੰ ਰੋਜ਼ ਹੀ ਘਰ ਲੇਟ ਆਨਾ, ਕਿੱਥੇ ਬਾਹਰ ਘੁੰਮਦਾ ਰਹਿਣਾ? ਉਹ ਬਾਹਰ ਘੁੰਮੂਗਾ ਤਾਂ ਹੀ ਤਾਂ ਬਾਹਰ ਜਾਊਂਗਾ। ਕੀ ਮਤਲਬ? ਮੰਮੀ ਮੈਂ ਸੋਚ ਰਿਹਾ ਕਿ ਮੈਂ ਬਾਹਰ ਚਲਾ ਜਾਵਾਂ। ਜਿਹੜੀ ਪੜ੍ਹਾਈ ਮੈਂ ਉਰੇ ਕਰ ਰਿਹਾ ਉਹ ਮੈਂ ਬਾਹਰ ਵੀ ਤਾਂ ਕਰ ਸਕਦਾ। ਨਾਲੇ ਉਸ ਤੋਂ ਬਾਅਦ ਡਾਲਰਾਂ 'ਚ ਪੈਸੇ ਕਮਾਊਂਗਾ, ਆਪਣੇ ਘਰ ਦੇ ਹਾਲਾਤ ਸੁਧਰ ਜਾਣਗੇ। ਜ਼ਿਆਦਾ ਨਾ ਸਿਖਾ ਮੈਨੂੰ, ਔਰ ਮੈਂ ਤਾਂ ਪਹਿਲਾਂ ਹੀ ਬਹੁਤ ਕਰਜ਼ਈ ਹਾਂ। ਹੁਣ ਹੋਰ ਕੀ ਮੈਂ ਆਪਣੀ ਜਾਨ ਦੇ ਦਿਆਂ? ਵੱਡਾ ਚੱਲਿਆ ਕੈਨੇਡਾ ਨੂੰ। ਜੋਬਨ ਪੁੱਤ ਆਏ ਨਾ ਕਰ ਤੂੰ। ਸੱਚੀ ਬਹੁਤ ਕਰਜ਼ਾ ਹੈ ਸਾਡੇ ਸਿਰ ਤੇ। ਅਸੀਂ ਬਹੁਤ ਸਾਰੀਆਂ ਗੱਲਾਂ ਤੇ ਤੈਨੂੰ ਦੱਸਦੇ ਹੀ ਨਹੀਂ। ਤੈਨੂੰ ਤਾਂ ਇਹੀ ਨਹੀਂ ਪਤਾ ਅਸੀਂ ਕਿੱਥੋਂ ਕਿੱਥੋਂ ਕਰਜ਼ਾ ਚੱਕਿਆ ਹੋਇਆ। ਤੇਰੇ ਪਾਪਾ ਬਹੁਤ ਟੈਨਸ਼ਨ 'ਚ ਰਹਿੰਦੇ ਇਸੇ ਕਰਕੇ। ਓਹੋ, ਇਹੀ ਤਾਂ ਟੈਨਸ਼ਨ ਮੈਂ ਦੂਰ ਕਰਨਾ ਚਾਹੁੰਦਾ ਮੰਮੀ। ਮੈਨੂੰ ਸਭ ਪਤਾ ਹੈ, ਬਸ ਮੈਨੂੰ ਇੱਕ ਵਾਰ ਬਾਹਰ ਭੇਜ ਦਿਓ, ਮੈਂ ਸਾਰਾ ਕਰਜ਼ਾ ਉਤਾਰ ਦੂੰਗਾ। ਮੰਮੀ ਜੀ ਤੁਸੀਂ ਸਮਝਾਓ ਨਾ ਇਹਨੂੰ, ਕਿਉਂ ਜਿੱਦ ਫੜੀ ਹੋਈ ਇਹਨੇ? ਇਹ ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ। ਨਿੱਤ ਦੀ ਨਵੀਂ ਡਿਮਾਂਡ ਹੁੰਦੀ ਹੈ ਇਹਦੀ। ਜੋਬਨ ਪੁੱਤ ਕਿੱਥੋਂ ਇਕੱਠਾ ਕਰੂ ਇੰਨਾ ਪੈਸਾ? ਲੱਖਾਂ ਰੁਪਏ ਦੀ ਗੱਲ ਹੈ। ਲੈ ਦੇ ਕੇ ਇੱਕ ਘਰ ਹੀ ਬਚਿਆ ਸਾਡੇ ਕੋਲ। ਜੇ ਇਹਨੂੰ ਵੀ ਵੇਚ ਦਾਂਗੇ ਤੇ ਕਿੱਥੇ ਰਹਾਂਗੇ ਅਸੀਂ ਜਾ ਕੇ ਫਿਰ? ਮੈਨੂੰ ਨਹੀਂ ਪਤਾ ਯਾਰ, ਕੋਈ ਨਹੀਂ ਸੁਣਦਾ ਮੇਰੀ ਗੱਲ। ਓਏ ਕਿੱਥੇ ਚੱਲਿਆ? ਰੋਟੀ ਨਹੀਂ ਖਾਣੀ ਤੂੰ?
ਇੱਧਰ ਆ ਓਏ, ਆ ਕੀ ਕਰਕੇ ਆਇਆ ਹੈ? ਕੀ ਕੀਤਾ ਮੈਂ? ਸ਼ਰਾਬ ਪੀ ਕੇ ਆਇਆ ਹੈ? ਨਹੀਂ। ਅੱਛਾ, ਹੁਣ ਝੂਠ ਵੀ ਬੋਲਣ ਲੱਗ ਪਿਆ ਹੈ। ਉਹ ਯਾਰ ਦਾ ਵੀਜ਼ਾ ਲੱਗ ਗਿਆ ਉਹਦਾ, ਸੁੱਖੀ ਦਾ ਥੋੜੀ ਜੀ ਪਾੜੀ ਜੀ ਕਰ ਲਈ ਜੀ। ਓਏ ਓਏ, ਕਿਉਂ ਸਮਾਜ ਵਿੱਚ ਮੇਰੀ ਇੱਜ਼ਤ ਖਰਾਬ ਕਰ ਰਹੀ ਹੈ? ਕਿਹੜੀ ਇਹੋ ਜੀ ਕਮੀ ਰਹਿ ਗਈ ਸੀ? ਕਮੀ ਰਹਿ ਗਈ ਸੀ? ਕੀਤਾ ਕੀ ਹੈ ਤੁਸੀਂ ਅੱਜ ਤੱਕ ਮੇਰੇ ਲਈ? ਹੈ ਇੱਕ ਗੱਲ ਤਾਂ ਮੰਨਦੇ ਨਹੀਂ ਤੁਸੀਂ ਮੇਰੀ। ਉਹ ਕਿਹੜੀ ਗੱਲ ਨਹੀਂ ਮੰਨੀ ਜੋ ਕਿਹਾ? ਹਾਂ ਆਈ ਨੋ। ਹੁਣ ਇਹ ਨਾ ਕਹਿਣ ਲੱਗ ਜੋ ਤੈਨੂੰ ਖਿਲਾਇਆ ਪਿਲਾਇਆ ਲਿਖਾਇਆ ਵੱਡਾ ਕੀਤਾ। ਓਕੇ, ਇਹ ਤਾਂ ਸਭ ਕਰਦੇ ਨੇ। ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਵੱਡਾ ਕੀਤਾ, ਆ ਗੁਆਂਢੀਆਂ ਨੇ ਆਪਣੇ ਬੱਚਿਆਂ ਲਈ ਕੀਤਾ ਹੋਣਾ। ਮਤਲਬ ਸਾਰੇ ਹੀ ਕਰਦੇ ਨੇ ਪਾਪਾ। ਤੁਸੀਂ ਵੱਖਰਾ ਕੀ ਕਰਤਾ ਮੇਰੇ ਲਈ? ਓਏ ਵੱਖਰਾ ਕਰਨ ਨੂੰ ਮੈਂ ਹੁਣ ਆਪ ਵਿਕ ਜਾ? ਉਹ ਤੇਰੀ ਮਾਂ ਨੂੰ ਵੇਚਦਾ? ਭੇਜ ਦੋ। ਆ ਕੀ ਹੋਇਆ? ਹਾਏ ਹਾਏ, ਕਿਉਂ ਮਾਰੀ ਜਾਂਦੇ ਤੁਸੀਂ ਇਹਨੂੰ? ਉੱਠ ਉੱਠ ਬੇਟਾ, ਉੱਠ। ਕੀ ਹੋਇਆ ਹੈ? ਬੋਲੋ ਕੀ ਹੋਇਆ? ਆਹ ਕੰਮ ਨਹੀਂ ਕਰੀਦਾ ਪੁੱਤ। ਜਵਾਨ ਪੁੱਤ ਉੱਤੇ ਹੱਥ ਨਹੀਂ ਚੁੱਕੀਦਾ ਹੁੰਦਾ। ਕਿਹੜਾ ਜਵਾਨ ਪੁੱਤ ਇਹ, ਜਿਸ ਤੋਂ ਆਪਣੀਆਂ ਲੱਤਾਂ ਤੇ ਤਾਂ ਖਲੋਤਾ ਨਹੀਂ ਜਾ ਰਿਹਾ? ਤੁਸੀਂ ਜਿਹੜੀ ਗੱਲ ਕਰਨੀ ਅੰਦਰ ਬਹਿ ਕੇ ਕਰ ਲਓ, ਲੋਕਾਂ ਨੂੰ ਕਿਉਂ ਤਮਾਸ਼ਾ ਦਿਖਾਈ ਜਾਂਦੇ ਤੁਸੀਂ? ਸਾਰੇ ਮਹੱਲੇ ਵਿੱਚ ਤਾਂ ਇਹਨੇ ਮੇਰੀ ਬੇਇੱਜ਼ਤੀ ਕਰਤੀ। ਇਹ ਦਿਨ ਵੀ ਦੇਖਣ ਨੂੰ ਮਿਲੇ। ਲੈ ਜਾ ਇਹਨੂੰ ਮੇਰੀ ਨਜ਼ਰਾਂ ਤੋਂ ਦੂਰ, ਨਹੀਂ ਤੇ ਮੈਥੋਂ ਅੱਜ ਕੁਝ ਹੋ ਜੂ। ਕੀ ਹੋਇਆ ਤੁਹਾਨੂੰ? ਪਾਗਲ ਹੋ ਗਏ ਤੁਸੀਂ? ਚੱਲ ਮੇਰਾ ਪੁੱਤ ਅੰਦਰ ਚੱਲ। ਲੈ ਜਾ ਇਹਨੂੰ ਅੰਦਰ। ਤੁਸੀਂ ਸਮਝਾਓ ਬੀਜੀ ਇਹਨਾਂ ਨੂੰ। ਚੱਲ, ਤੂੰ ਪੀ ਕੇ ਆਇਆ ਨਾ? ਕੈਨੇਡਾ ਜਾਣਾ ਚੱਲ। ਮੰਮੀ। ਭੈਣ ਜੀ ਦੁੱਧ ਪਵਾ ਲਓ। ਆਈ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਕੀ ਗੱਲ ਅੱਜ ਇੰਨਾ ਲੇਟ ਕਿਵੇਂ ਹੋ ਗਿਆ ਭਾਈ? ਉਹ ਬਸ ਭੈਣ ਜੀ, ਅੱਜ ਕੱਲ ਗਰਮੀ ਬਹੁਤ ਹੈ ਤੇ ਮੱਝਾਂ ਵੀ ਦੁੱਧ ਟਾਈਮ ਤੇ ਨਹੀਂ ਦਿੰਦੀਆਂ। ਟਾਈਮ ਸਿਰ ਆ ਜਾ ਕਰੋ, ਮੈਂ ਗੁਰਦੁਆਰਾ ਸਾਹਿਬ ਜਾਣਾ ਹੁੰਦਾ। ਠੀਕ ਹੈ ਜੀ। ਭੈਣ ਜੀ, ਅੱਜ ਕੱਲ ਜੋਬਨ ਕੀ ਕਰਦਾ ਆਪਣਾ? ਯੂਨੀਵਰਸਿਟੀ ਪੜ੍ਹਦਾ ਉਹ। ਦੇਖੋ, ਬੁਰਾ ਤਾਂ ਨਾ ਮੰਨਿਓ ਜੀ, ਪਰ ਉਹਦੀ ਸੰਗਤ ਅੱਜ ਕੱਲ ਮੈਨੂੰ ਠੀਕ ਨਹੀਂ ਲੱਗਦੀ। ਇਹ ਤੁਸੀਂ ਕੀ ਕਹੀ ਜਾਂਦੇ ਹੋ? ਇੱਕ ਦਿਨ ਉਹਨੂੰ ਮੈਂ ਠੇਕੇ ਤੇ ਖੜਾ ਦੇਖਿਆ ਸੀ ਤੇ ਉੱਥੇ ਦਾਰੂ ਵੀ ਪੀਂਦਾ ਸੀ ਤੇ ਉੱਥੇ ਦਾਰੂ ਪੀ ਕੇ ਮੁੰਡਿਆਂ ਨਾਲ ਲੜਾਈ ਵੀ ਕੀਤੀ ਉਹਨੇ ਬਹੁਤ ਜ਼ਿਆਦਾ। ਭੈਣ ਜੀ, ਇਹ ਚੰਗੀ ਗੱਲ ਥੋੜੀ ਹੈ ਕੋਈ। ਹੁਣ ਤਾਂ ਉਹ ਜਮੇ ਨਸ਼ੇੜੀ ਬਣਦਾ ਜਾ ਰਿਹਾ ਤੇ ਪੂਰੇ ਮੁਹੱਲੇ 'ਚ ਤੁਹਾਡੀ ਬਦਨਾਮੀ ਹੋਈ ਕੀ ਪਈ। ਬਕਵਾਸ ਕਰ ਰਹੇ ਆ ਓਏ? ਜ਼ਬਾਨ ਸੰਭਾਲ ਕੇ ਬੋਲ। ਉਹ ਗੁੱਸਾ ਕਾਹਤੋਂ ਕਰਦੇ ਹੋ ਭਾਜੀ? ਜੋ ਮੈਂ ਦੇਖਿਆ ਉਹ ਦੱਸ ਰਿਹਾ ਤੇ ਬਾਕੀ ਪਿੱਛੇ ਸਾਰਾ ਮੱਲਾ ਗੱਲਾਂ ਕਰਦਾ ਜੋ ਬੰਦੀਆਂ। ਜੇ ਮੇਰੀ ਗੱਲ ਮੰਨੋ ਨਾ, ਉਹਨੂੰ ਸਮਝਾਓ ਕੁਛ, ਨਹੀਂ ਤਾਂ ਕਿਸੇ ਕੰਮ ਕਰ ਪਾ ਦੋ। ਬਾਕੀ ਜੇ ਕਿਸੇ ਗੱਲ ਦਾ ਬੁਰਾ ਲੱਗਿਆ ਹੋਵੇ ਨਾ ਤਾਂ ਮਾਫੀ ਚਾਹੁੰਦਾ। ਚੰਗਾ, ਸਤਿ ਸ਼੍ਰੀ ਅਕਾਲ।
ਹਾਂਜੀ ਦੇਖੋ ਪੱਟੀ ਸਾਹਿਬ, ਘਰ ਤੁਸੀਂ ਦੇਖ ਹੀ ਲਿਆ, ਹਾਂ ਜੀ ਹਾਂ, ਸਭ ਕੁਝ ਠੀਕ ਹੈ। ਹੁਣ ਦੱਸੋ ਤੁਹਾਡਾ ਕੀ ਵਿਚਾਰ? ਮੇਰੇ ਹਿਸਾਬ ਨਾਲ ਘਰ 38 ਤੋਂ ਉੱਪਰ ਤਾਂ ਨਹੀਂ ਹੈ। ਬਾਕੀ ਮਦਨ ਜੀ ਤੁਸੀਂ ਕੀ ਕਹਿੰਦੇ ਹੋ? ਹਾਂਜੀ ਹਾਂ, ਆਪਾਂ ਤਾਂ ਜ਼ਮੀਨ ਦਾ ਮੁੱਲ ਲਾਣਾ। ਬਾਕੀ ਰਹੀ ਘਰ ਦੀ ਗੱਲ, ਉਹ ਅਸੀਂ ਆਪਣੇ ਹਿਸਾਬ ਨਾਲ ਬਣਾਉਣਾ। ਹਾਂ ਚਲੋ ਗੱਲ ਕਰਦਾ। ਦੇਖੋ ਭਾਈ ਸਾਹਿਬ, ਇਹ ਤਾਂ 38 ਨੂੰ ਮੰਨਦੇ ਨੇ। ਹੁਣ ਤੁਸੀਂ ਵਿਚਾਰ ਕਰ ਲਓ ਕਿ ਤੁਸੀਂ ਕੀ ਕਰਨਾ। ਦੇਖ ਲਓ, ਥੋੜਾ ਬਹੁਤ ਹੋਰ ਵੱਧ ਸਕਦਾ ਹੈ ਤੇ ਨਹੀਂ ਜੀ ਨਹੀਂ, ਇਸ ਤੋਂ ਉੱਤੇ ਅਸੀਂ ਨਹੀਂ ਦੇ ਸਕਦੇ। ਬਲਕਿ ਸਾਡਾ ਤਾਂ ਹੋਰ ਖਰਚਾ ਹੋ ਜਾਣਾ ਸਰਦਾਰ ਜੀ। ਮਕਾਨ ਦੀ ਤੋੜ ਭੰਨ ਕਰਕੇ ਸਾਨੂੰ ਤਾਂ ਦੁਬਾਰੇ ਬਣਾਉਣਾ ਪਊ। ਦੇਖ ਲਓ ਤੁਸੀਂ। ਤੁਸੀਂ ਰੁਕੋ, ਮੈਂ ਗੱਲ ਕਰਦਾ। ਪੱਟੀ ਸਾਹਿਬ, ਗੱਲ ਇਸ ਤਰ੍ਹਾਂ ਹੈ, ਇਹ ਜਿਹੜਾ ਸੌਦਾ ਹੈ ਇਹ ਰਲ ਰੁਲ ਕੇ ਕਰ ਲਓ। 1-ਅੱਧਾ ਲੱਖ ਰੁਪਏ ਉੱਪਰ ਥੱਲੇ ਹੋ ਜੇ ਕੋਈ ਉਹ ਵੱਡੀ ਗੱਲ ਗੱਲ ਤਾਂ ਨਹੀਂ। ਮੇਰੀ ਠੀਕ ਗੱਲ ਹੈ। ਤਾਂ ਸੁਣੋ, ਇਸ ਏਰੀਏ 'ਚ ਇਸ ਤਰ੍ਹਾਂ ਦਾ ਜੇ ਕੋਈ ਹੋਰ ਮਕਾਨ ਤੁਸੀਂ ਦੇਖੋਗੇ ਨਾ, ਤੁਹਾਨੂੰ 40-47 ਤੋਂ ਥੱਲੇ ਨਹੀਂ ਪੈਣਾ। ਮੇਰੀ ਗੱਲ ਮੰਨ ਲਓ। ਜੋ ਮਰਜ਼ੀ ਹੈ, ਪਰ 40 ਤੋਂ ਵੱਧ ਨਹੀਂ ਅਸੀਂ ਦੇ ਸਕਦੇ। 41-42 ਕੁਛ ਨਹੀਂ ਜੀ, ਜੇ 40 ਤੇ ਮੰਨਦੇ ਆ ਠੀਕ ਆ, ਨਹੀਂ ਤਾਂ ਰਹਿਣ ਦਿਓ। ਨਹੀਂ ਤਾਂ ਫਿਰ 40 ਤੇ ਡਨ ਕਰਦਾ। ਨਹੀਂ ਮੰਨਦੇ? ਹਾਂ 40 ਤੇ ਕਰ ਦਿਓ। ਹਾਂ ਜੀ ਹਾਂ। ਚਲੋ ਠੀਕ ਹੈ, ਆਓ ਫਿਰ। ਦੇਖੋ ਭਾਈ ਸਾਹਿਬ, ਇਹ ਤਾਂ ਲਾਸਟ 40 ਤੇ ਡਨ ਕਰਦੇ ਨੇ। ਹੁਣ ਤੁਸੀਂ ਦੇਖੋ ਵੀ ਤੁਸੀਂ ਕੀ ਕਰਨਾ, ਨਹੀਂ ਤਾਂ ਮੈਂ ਇਹਨਾਂ ਨੂੰ ਕੋਈ ਹੋਰ ਦਿਖਾ ਦੇਣਾ। ਚਲੋ ਠੀਕ ਹੈ ਪੱਟੀ ਸਾਹਿਬ, ਆਪਾਂ ਫਿਰ ਚੱਲਦੇ ਹਾਂ। ਠੀਕ ਹੈ ਜੀ, ਕੋਈ ਨਹੀਂ, ਤੁਸੀਂ ਫਿਕਰ ਨਾ ਕਰੋ, ਮੈਂ ਬੈਠਾ। ਆਪਾਂ ਤੁਹਾਡੇ ਲਈ ਕੋਈ ਹੋਰ ਗਾਹਕ ਲਾ ਦਾਂਗੇ। ਠੀਕ ਹੈ ਜੀ, ਹੁਣ ਮੈਨੂੰ ਜਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਆਓ ਪੱਟੀ ਸਾਹਿਬ। ਗੋਇਲ ਸਾਹਿਬ, ਇੱਕ ਮਿੰਟ ਗੱਲ ਸੁਣਨਾ। ਹਾਂਜੀ ਹਾਂਜੀ, ਹੁਕਮ ਕਰੋ। ਤੇ ਤੁਸੀਂ ਫਾਈਨਲ ਕਰੋ ਤੇ ਨਿਬੇੜ ਦੋ। ਚੰਗਾ ਬੇਬੇ। ਚੰਗਾ ਪੁੱਤ, ਆਪਣਾ ਧਿਆਨ ਰੱਖੀ। ਜੀ ਬੇਬੇ। ਫੋਨ ਕਰਦਾ ਰਹੀਂ। ਹਾਂਜੀ। ध्यान रखिए अपना। हम्म। रोटी पानी टाइम सिर खा ले कर, हाँ जी। मन ला के पढ़ाई कर। जी। ठीक। चंगा चंगा पापा। ਕਾਇਮ ਹੋ ਕਾਇਮ। ਕਿਉਂ ਰੋਈ ਜਾ ਰਹੇ ਆ ਬੱਚਿਆਂ ਵਾਂਗ? ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਆ। ਹੌਸਲੇ ਨਾਲ ਕਰੀਦੀ ਹੈ, ਖੁਸ਼ੀ ਖੁਸ਼ੀ ਰਹਿ ਕੇ ਕਰੀਦੀ ਹੈ। ਉੱਥੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਆਈ ਤੇ ਪਹੁੰਚਦੇ ਹੀ ਫੋਨ ਕਰ ਦੇਈ। ਉਹ ਬਸ, ਉਹ ਹੁਣ ਮੈਨੂੰ ਵੀ ਰਵਾਏਗਾ। ਜਾ ਜਾ ਸ਼ੇਰ ਬਣ ਮੈਂ, ਜਾ।
ਹੈਲੋ। ਹਾਂ ਦੀ। ਹਾਂ ਬਾਂਦਰਾ, ਖੁਸ਼ ਹੈ ਹੁਣ? ਹਾਂ ਹਾਂ, ਬਾਲੀ ਖੁਸ਼ੀ ਹੈ। ਕਦੋਂ ਦੀ ਰੱਟ ਲਾਈ ਸੀ ਕੈਨੇਡਾ ਜਾਣਾ ਕੈਨੇਡਾ ਜਾਣਾ, ਹੁਣ ਤਾਂ ਤੇਰਾ ਚਾਅ ਪੂਰਾ ਹੋ ਗਿਆ ਨਾ। ਅੱਛਾ ਮੇਰੀ ਗੱਲ ਧਿਆਨ ਨਾਲ ਸੁਣ। ਦੇਖ ਤੈਨੂੰ ਵੀ ਪਤਾ ਪਾਪਾ ਨੇ ਆਪਣੇ ਸਭ ਲਈ ਕਿੰਨਾ ਕੁਛ ਕੀਤਾ, ਸਪੈਸ਼ਲੀ ਤੇਰੇ ਲਈ। ਔਕਾਤ ਨਾ ਹੁੰਦਿਆਂ ਵੀ ਤੈਨੂੰ ਕੈਨੇਡਾ ਭੇਜਣ ਤੱਕ ਦਾ ਜਿੰਮਾ ਉਠਾਇਆ ਉਹਨਾਂ ਨੇ। ਦੇਖ ਉਹਨਾਂ ਦੀ ਲਾਜ ਰੱਖੀ। ਚਲ ਉਹ ਤਾਂ ਠੀਕ ਹੈ, ਇਹ ਦੱਸ ਤੂੰ ਆਈ ਕਿਉਂ ਨਹੀਂ? ਮੇਰਾ ਵੀ ਬੜਾ ਮਨ ਸੀ ਤੈਨੂੰ ਮਿਲਣ ਦਾ, ਪਰ ਤੈਨੂੰ ਤਾਂ ਪਤਾ ਹੀ ਹੈ ਮੈਂ ਖੁਦ ਇੱਥੇ ਕਹਿ ਦਾਂ। ਪਹਿਲਾਂ ਤਾਂ ਕਹਿੰਦੀ ਸੀ ਆਉਂਗੀ। ਬਥੇਰਾ ਕਿਹਾ ਸੀ ਪਰ ਮੰਨੇ ਹੀ ਨਹੀਂ। ਚੱਲ ਕੋਈ ਨਾ, ਹੁਣ ਤੇਰਾ ਉਹੀ ਘਰ ਹੈ, ਨਾਲੇ ਆਪਾਂ ਲੜਨਾ ਥੋੜੀ ਹੈ, ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਨਾ ਪੈਣਾ। ਚੱਲ ਤੂੰ ਆਪਣੀ ਬਾਂਦਰ ਦੀ ਸ਼ਕਲ ਮੈਨੂੰ ਜਾ ਕੇ ਵੀਡੀਓ ਕਾਲ ਰਾਹੀਂ ਜ਼ਰੂਰ ਦਿਖਾ ਦੇ। ਬਹੁਤ ਟਾਈਮ ਹੋ ਗਿਆ ਤੈਨੂੰ ਦੇਖੇ ਨੂੰ ਨਾ। ਹਾਂ ਹਾਂ, ਤੂੰ ਵੀ ਮੇਕਅਪ ਕਰਕੇ ਬੈਠੀ, ਕਿਤੇ ਹਾਰਟ ਅਟੈਕ ਕਰਾ ਦੇ ਮੈਨੂੰ ਗੰਦੀ ਸ਼ਕਲ ਦਿਖਾ ਕੇ। ਕੱਲਾ ਹੀ ਆ ਉੱਤੇ ਮੈਂ। ਚੱਲ ਠੀਕ ਹੈ ਜੋਬਨ, ਮੈਂ ਕਾਲ ਰੱਖਦੀ ਆ, ਮੈਨੂੰ ਉਡੀਕਦੇ ਹੋਣੇ ਘਰ ਦੇ। ਚੰਗਾ, ਧਿਆਨ ਰੱਖੀ ਆਪਣਾ। ਚੱਲ ਚੰਗਾ ਫਿਰ, ਓਕੇ। ਮੈਨੂੰ ਤਾਂ ਨਾ ਜੋਬਨ ਦੀ ਫਿਕਰ ਹੋਈ ਪਈ ਆ। ਪਤਾ ਨਹੀਂ ਵਿਚਾਰਾ ਕਿਸ ਹਾਲਾਤਾਂ 'ਚ ਰਹਿੰਦਾ ਹੋਣਾ, ਕਿਸ 'ਚ ਨਹੀਂ। ਤੇ ਹੁਣ ਕਿਹਾ ਕਿ ਮਿਲ ਹੀ ਲਵੇਗਾ ਇੱਕ ਵਾਰੀ। ਆਇਆ ਕਿ ਐਵੇਂ ਹੀ ਜਾਂਦਾ ਹੈ? ਬਹੁਤ ਪੈਸੇ ਲੱਗਦੇ ਨੇ। 40,000 ਦੀ ਤਾਂ ਟਿਕਟ ਹੈ ਇੱਕ ਪਾਸੇ ਦੀ। ਨਾਲੇ ਤੂੰ ਨਾ ਉਹਨੂੰ ਪੜਨ ਦੇ, ਤਾਂ ਹੀ ਤਾਂ ਤੇਰੇ ਸੁਪਨੇ ਪੂਰੇ ਕਰੇਗਾ ਤੇ ਮਾੜੇ ਮੋਟੇ ਘਰ ਦੇ ਵੀ ਹਾਲਾਤ ਸੁਧਰਨਗੇ। ਪਰ ਮੈਨੂੰ ਬਹੁਤ ਫਿਕਰ ਹੋਈ ਪਈ ਉਹਦੀ। ਯਾਰ ਤੈਨੂੰ ਕਿੰਨੀ ਵਾਰ ਕਿਹਾ ਕਿ ਤੂੰ ਟੈਨਸ਼ਨ ਨਾ ਲਿਆ ਕਰ। ਠੀਕ ਹੈ, ਉੱਥੇ ਉਹ ਇੰਨੀ ਦੇਰ ਤੋਂ ਹੋ ਗਈ ਉਹਨੂੰ ਉੱਥੇ ਗਿਆ ਨੂੰ। ਚੱਲ ਐਂ ਕਰੋ, ਮੇਰੀ ਫੋਨ ਤੇ ਗੱਲ ਕਰਾ ਦਿਓ। ਕੱਲ ਵੀ ਨਹੀਂ ਗੱਲ ਹੋਈ ਮੇਰੀ ਉਹਦੇ ਨਾਲ। ਉਹ ਹੁਣ ਕਿਵੇਂ ਕਰਾ ਦਿਆਂ? ਇਸ ਵੇਲੇ ਉੱਥੇ ਰਾਤ ਹੈ। ਹਾਂ, ਸ਼ਾਮ ਨੂੰ ਮੈਂ ਤੇਰੀ ਗੱਲ ਕਰਾ ਦੂੰ ਤਾਂ ਉੱਥੇ ਦਿਨ ਚੜਿਆ ਹੋ। ਕਰਾ ਦਿਓ, ਮੈਂ ਉਹਦੇ ਨਾਲ ਨਾ ਬਹੁਤ ਜ਼ਰੂਰੀ ਗੱਲ ਕਰਨੀ ਆ। ਕਿਹੜੀ ਜ਼ਰੂਰੀ ਗੱਲ ਕਰਨੀ ਹੈ ਤੂੰ? ਓਹੋ, ਉਸ ਨਾਲ ਹੀ ਕਰਨੀ, ਤੁਹਾਡੇ ਨਾਲ ਨਹੀਂ। ਅੱਛਾ, ਮਾਂ ਪੁੱਤ ਦੀਆਂ ਤੁਹਾਡੀਆਂ ਗੱਲਾਂ। ਚੱਲ ਮੈਂ ਚੱਲਿਆ ਹੁਣ ਦੁਕਾਨ ਤੇ, ਸ਼ਾਮ ਨੂੰ ਆ ਕੇ ਤੇਰੀ ਗੱਲ ਕਰਾਉਣਾ। ਠੀਕ ਹੈ? ਠੀਕ ਆ, ਕਰਾ ਦਿਓ। ਚੱਲ ਚੰਗਾ ਫਿਰ। हेलो करतार हैं?
ਉਹਦੇ ਨਾਲ ਨਾ ਬਹੁਤ ਜ਼ਰੂਰੀ ਗੱਲ ਕਰਨੀ ਹੈ। ਓਹੋ, ਉਸ ਨਾਲ ਹੀ ਕਰਨੀ, ਤੁਹਾਡੇ ਨਾਲ ਨਹੀਂ। ਮਮਾ ਦੇਖੋ ਸਾਰੇ ਤੁਹਾਡੇ ਕੋਲ ਆ। ਮਮਾ ਬਸ ਇੱਕ ਵਾਰੀ ਦੇਖੋ ਬੋਲ ਦੋ ਦਾਦੀ ਨਾ ਪੁੱਤ ਨਾ, ਤੂੰ ਰਹਿਣ ਦੇ ਆਣ ਨੂੰ। ਕਿਉਂ ਪੜ੍ਹਾਈ ਖਰਾਬ ਕਰਨੀ ਹੈ? ਹਾਂਜੀ ਪਾਪਾ, ਪੜ੍ਹਾਈ ਤਾਂ ਖਰਾਬ ਹੋ ਹੀ ਜਾਣੀ ਹੈ ਕਿਉਂਕਿ ਇਸ ਵੇਲੇ ਵੀ ਮੈਂ ਪੜ੍ਹ ਹੀ ਰਿਹਾ ਸੀ। ਪਰ ਫਿਰ ਵੀ ਪਾਪਾ ਤੁਹਾਨੂੰ ਮਿਲਣ ਦਾ ਜੀ ਕਰ ਰਿਹਾ। ਰੱਬ ਨੂੰ ਜੋ ਮਨਜ਼ੂਰ ਸੀ ਸੋ ਹੋ ਗਿਆ। ਹੁਣ ਉਹਨੇ ਕਿਹੜਾ ਮੁੜ ਕੇ ਵਾਪਸ ਆ ਜਾਣਾ ਹੈ। ਤੁਸੀਂ ਵੀ ਇਕੱਲਾ ਇਕੱਲਾ ਮਹਿਸੂਸ ਕਰਦੇ ਹੋਣੇ। ਮੈਂ ਠੀਕ ਹਾਂ। ਹਾਂ ਪੁੱਤ, ਮੈਂ ਠੀਕ ਹਾਂ। ਮੈਂ ਹਮੇਸ਼ਾ ਤੇਰੀ ਗੱਲ ਮੰਨੀ ਹੈ ਨਾ, ਤੇ ਅੱਜ ਤੂੰ ਮੇਰੀ ਮੰਨ ਲੈ। ਚਲੋ ਠੀਕ ਹੈ ਪਾਪਾ, ਹੁਣ ਵੀ ਮੈਂ ਇੱਕ ਅਸਾਈਨਮੈਂਟ ਹੀ ਬਣਾ ਰਿਹਾ ਸੀ। ਚਲੋ ਫਿਰ ਕਰਦੇ ਹਾਂ ਆਪਾਂ ਗੱਲ। ਠੀਕ ਹੈ ਪਾਪਾ, ਓਕੇ। ਐਕਟਿੰਗ ਦਾ ਤੂੰ ਘੈਂਟ ਕਰ ਲੈਣਾ ਸਾਲਿਆ। ਨਾਲੇ ਤੂੰ ਕੀ ਕਹਿੰਦਾ ਸੀ ਓਏ, ਮੈਂ ਇੰਡੀਆ ਜਾਣਾ ਹੈ, ਮੇਰਾ ਮਿਲਣ ਨੂੰ ਜੀ ਕਰਦਾ ਹੈ ਨਾ, ਤੂੰ ਹੁਣ ਇੰਡੀਆ ਜਾਵੇਂਗਾ? ਉਹ ਨਹੀਂ ਯਾਰ, ਡੈਡ ਨੂੰ ਤਾਂ ਫੋਨ ਤੇ ਕਹਿਣਾ ਹੀ ਪੈਂਦਾ। ਨਾਲੇ ਕਿਹੜੇ ਕੰਜਰ ਨੇ ਜਾਣਾ ਇੰਡੀਆ? ਮਸਾ ਤਾਂ ਮੈਂ ਉਰੇ ਆਇਆ, ਕਿਹਨੇ ਦੁਬਾਰਾ ਪੈਸੇ ਲਾਣੇ ਮੇਰੇ ਤੇ? ਉਹ ਨਹੀਂ ਯਾਰ, ਤੈਨੂੰ ਵੀ ਸਮਝਣਾ ਚਾਹੀਦਾ। ਆਫਟਰ ਆਲ ਡੈਡ ਨੇ ਤੇਰੇ ਯਾਰ। ਨਾਲੇ ਇਸ ਮੌਕੇ ਤੇ ਉਹ ਵੀ ਇਕੱਲਾਪਨ ਮਹਿਸੂਸ ਕਰਦੇ ਹੋਣਗੇ। ਮੈਨੂੰ ਲੱਗਦਾ ਜਾਣਾ ਚਾਹੀਦਾ ਤੈਨੂੰ ਯਾਰ। ਐਂ ਕਰਦੇ ਹਾਂ, ਇਹ ਦੋਵਾਂ ਦੀ ਕਹਿੰਦਾ ਟਿਕਟ ਆਪਾਂ ਹੈਨਾ, ਤੇ ਦੋਵਾਂ ਨੂੰ ਇੰਡੀਆ ਭੇਜਦੇ ਹਾਂ। ਵੱਡੇ ਆਏ ਦੋਵੇਂ ਸ਼ਰਵਣ ਪੁੱਤ। ਉਹ ਐਂ ਕਰੋ ਯਾਰ, ਪੈਗ ਵੀ ਲੈਣੇ ਤੁਸੀਂ ਨਹੀਂ, ਦਾਰੂ ਬੜਾਓ। ਛੱਡ ਯਾਰ ਪਾਰਟੀ ਹੈ ਮੇਰੇ ਵੱਲੋਂ। ਮਸਾ ਤਾਂ ਆਪਾਂ ਇਕੱਠੇ ਹੋਏ ਆ। ਚਲੋ ਚੀਅਰਸ ਕਰੋ। ਆ ਬੜੀ ਗੱਲ ਹੈ। ਪਿਤਾ ਦੀ ਅੱਖਾਂ 'ਚੋਂ ਨਿਕਲਿਆ ਖੁਸ਼ੀ ਦਾ ਅਥਰੂ ਔਲਾਦ ਦੀ ਸਾਰੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦਿੰਦਾ ਹੈ। ਪਰ ਜੇਕਰ ਉਹੀ ਅਥਰੂ ਦੁੱਖ ਦੇ ਹੋਣ ਤਾਂ ਔਲਾਦ ਸਾਰੀ ਉਮਰ ਦੁੱਖ ਭੋਗਦੀ ਹੈ।